Hello दोस्तों, welcome to Siddhi Punjab. Today we are going to discuss the current affairs of 28 to 29 ਨਵੰਬਰ ਜਿਹੜੇ ਤੁਹਾਡੇ ਪੰਜਾਬ ਪੀਸੀਐਸ ਦੇ ਐਗਜ਼ਾਮ 'ਚ ਬਹੁਤ ਕੰਮ ਆਉਣ ਵਾਲੇ ਹੈ। ਠੀਕ ਹੈ ਜੀ, ਅਗਰ ਤੁਹਾਨੂੰ ਕੋਈ ਵੀ ਡਾਊਟ ਹੋ, ਕੋਈ ਵੀ ਕੁਐਰੀ ਹੋ ਰਿਗਾਰਡਿੰਗ योर ਸਿਵਲ ਸਰਵਿਸਿਜ਼ ਪ੍ਰੈਪਰੇਸ਼ਨ, ਤੁਸੀਂ ਮੈਨੂੰ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ। Do not hesitate, do not feel shy, just message me. I'll be there to help you. ਤੁਹਾਨੂੰ ਕਿਸੇ ਵੀ ਤਰੀਕੇ ਦੀ ਅਸਿਸਟੈਂਸ ਚਾਹੀਦੀ ਹੋਵੇ। ਬਾਕੀ ਅਗਰ ਤੁਸੀਂ ਸਾਡੇ ਕੋਰਸਿਸ ਵਗੈਰਾ ਚੈੱਕ ਕਰਨਾ ਚਾਹੁੰਦੇ ਹੋ ਤਾਂ ਸਾਡੀ ਵੈਬਸਾਈਟ www.punjab.com ਤੇ ਦੇਖ ਸਕਦੇ ਹੋ। ਅਸੀਂ ਟੈਸਟ ਸੀਰੀਜ਼ ਪ੍ਰੋਵਾਈਡ ਕਰ ਰਹੇ ਹਾਂ ਪੰਜਾਬ ਲਈ ਸਪੈਸੀਫਿਕ। ਤੁਹਾਡੀ ਪ੍ਰੈਪਰੇਸ਼ਨ ਹੋ ਜਾਣੀ ਹੈ 4 ਮਹੀਨੇ 'ਚ 2 ਤੋਂ 3 ਵਾਰ ਤੁਹਾਡਾ ਸਿਲੇਬਸ ਪੂਰਾ ਰਿਵਾਈਜ਼ ਹੋਣਾ ਹੈ। ਪੀਸੀਐਸ ਦਾ ਪ੍ਰੀਲਿਮਸ ਆਉਣ ਤੋਂ ਪਹਿਲਾਂ ਤੁਹਾਡੀ ਤਿਆਰੀ ਪੂਰੀ ਪੱਕੀ ਹੋ ਜਾਣੀ ਹੈ। ਕੰਪਾਈਲੇਸ਼ਨ ਪੂਰੇ ਕਰੰਟ ਅਫੇਅਰਸ ਦੀ 7 ਮਹੀਨਿਆਂ ਦਾ ਕੰਬੋ ਵੀ ਤੁਹਾਨੂੰ ਮਿਲ ਜਾਏਗਾ ਤੇ ਲੇਟੈਸਟ ਕੰਪਾਈਲੇਸ਼ਨ ਅਕਤੂਬਰ ਤੇ ਸੈਪਟੈਂਬਰ ਮੰਥ ਦੀ ਵੀ ਅਲੱਗ ਤੋਂ ਮਿਲ ਜਾਏਗੀ, ਤਾਂ ਜ਼ਰੂਰ ਇਹਨੂੰ ਫੋਲੋ ਕਰੋ। ਮੈਂਟਰਸ਼ਿਪ ਚਾਹੀਦੀ ਹੈ, ਅਗਰ ਤੁਸੀਂ ਰੈਗੂਲਰ ਬੇਸਿਸ ਤੇ ਮੇਰੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ, ਆਪਦੀ ਪ੍ਰੈਪਰੇਸ਼ਨ ਨੂੰ ਇੱਕ ਦਿਸ਼ਾ ਦਿਖਾਣਾ ਚਾਹੁੰਦੇ ਹੋ, ਤਾਂ ਕਰਨਾ ਕੈਸੇ ਹੈ, ਪ੍ਰੋਗਰਾਮ ਜੁਆਇਨ ਕਰੋ ਜਿਸ 'ਚ ਤੁਹਾਨੂੰ ਬੇਸਿਕ ਵੀਡੀਓਜ਼ ਮਿਲਣਗੀਆਂ ਪਹਿਲਾਂ ਦੱਸਣ ਲਈ ਕਿ ਤੁਸੀਂ ਕਿਸ ਤਰੀਕੇ ਨਾਲ ਆਪਦੀ ਪ੍ਰੈਪਰੇਸ਼ਨ ਨੂੰ ਆਰਗੇਨਾਈਜ਼ ਕਰਨਾ ਹੈ। ਦੈਨ ਤੁਸੀਂ 1 to 1 ਇੰਟਰੈਕਸ਼ਨ ਰੈਗੂਲਰ ਬੇਸਿਸ ਤੇ ਕਰ ਸਕਦੇ ਹੋ। ਜਦੋਂ ਵੀ ਤੁਹਾਨੂੰ ਕੋਈ ਡਾਊਟ ਆਵੇ, ਕੋਈ ਕੁਐਰੀ ਆਵੇ, ਸਿਲੇਬਸ ਨਹੀਂ ਬਣ ਰਿਹਾ, ਕੁਝ ਯਾਦ ਨਹੀਂ ਹੋ ਰਿਹਾ, ਜੋ ਵੀ ਤੁਹਾਡੇ ਨੂੰ ਦਿੱਕਤ ਆਉਂਦੀ ਹੈ, ਆਈ ਵਿਲ ਬੀ देयर ਟੂ ਐਡਰੈਸ दैट। तो ਇਹਨੂੰ ਜੁਆਇਨ ਕਰੋ, ਤੁਹਾਡੀ ਸਿਵਲ ਸਰਵਿਸਿਜ਼ ਦੀ ਪ੍ਰੈਪਰੇਸ਼ਨ ਪੂਰੀ ਸਟ੍ਰੀਮਲਾਈਨ ਹੋ ਜਾਣੀ ਹੈ। ਰਾਈਟ, ਲੈਟਸ ਸੀ ਦ ਟੌਪਿਕਸ ਆਫ ਟੁਡੇ। ਦੋ ਇੰਪੋਰਟੈਂਟ ਟੌਪਿਕਸ ਅੱਜ ਆਪਾਂ ਡਿਸਕਸ ਕਰਨ ਵਾਲੇ ਹਾਂ। ਇੱਕ ਸਾਨੂੰ ਪ੍ਰੀਲਿਮਸ 'ਚ ਬਹੁਤ ਕੰਮ ਆਏਗਾ, ਦੂਸਰਾ ਸਾਨੂੰ ਮੇਨਸ 'ਚ ਬਹੁਤ ਯੂਜ਼ਫੁਲ ਹੋਏਗਾ। ਬਹੁਤ ਹਾਈ ਪ੍ਰੋਬੇਬਿਲਿਟੀ ਹੈ ਇਸ ਟੌਪਿਕ ਦੇ ਆਉਣ ਦੀ। ਰਾਈਟ, ਲੈਟਸ ਸੀ ਦ ਫਰਸਟ ਟੌਪਿਕ। ਥਾਊਜ਼ੈਂਡਸ ਆਫਰ ਪ੍ਰੇਅਰਸ ਐਟ ਗੋਲਡਨ ਟੈਂਪਲ। ਠੀਕ ਹੈ ਜੀ, ਤੁਹਾਨੂੰ ਪਤਾ ਹੈ ਗੁਰਪੁਰਬ ਸੀਗਾ, ਤਾਂ ਉਹਦੇ ਨਾਲ ਰਿਲੇਟਡ ਗੁਰੂ ਨਾਨਕ ਦੇਵ ਜੀ ਦੀ ਲਾਈਫ ਬਾਰੇ ਥੋੜੇ ਫੈਕਟਸ ਆਪਾਂ ਯਾਦ ਕਰ ਲਵਾਂਗੇ, ਪ੍ਰੀਲਿਮਸ 'ਚ ਪੁੱਛੇ ਜਾ ਸਕਦੇ ਹੈ। ਸੈਕੰਡ ਟੌਪਿਕ, ਪ੍ਰੈਜ਼ੀਡੈਂਟ ਮੁਰਮੂ ਨੇ ਆਲ ਇੰਡੀਆ ਜੁਡੀਸ਼ੀਅਲ ਸਰਵਿਸ ਦਾ ਫਿਰ ਤੋਂ ਸੁਜੈਸ਼ਨ ਦਿੱਤਾ ਹੈ, ਪ੍ਰਪੋਜ਼ਲ ਦਿੱਤਾ ਹੈ ਕਿ ਸਾਨੂੰ ਆਲ ਇੰਡੀਆ ਜੁਡੀਸ਼ੀਅਲ ਸਰਵਿਸ ਬਣਾਉਣੀ ਚਾਹੀਦੀ ਹੈ। ਤਾਂ ਇਹਦੇ ਬਾਰੇ ਪੂਰੀ ਡਿਟੇਲ ਇਨਫੋਰਮੇਸ਼ਨ ਅੱਜ ਆਪਾਂ ਕਰ ਲਾਂਗੇ ਤਾਂ ਕਿ ਕੋਈ ਵੀ ਕੁਐਸਚਨ ਆਵੇ ਤਾਂ ਆਨਸਰ ਅਸੀਂ ਲਿਖ ਸਕੀਏ। ਠੀਕ ਹੈ ਜੀ, ਅੱਗੇ ਵਧਣ ਤੋਂ ਪਹਿਲਾਂ ਆਈ ਵੁੱਡ ਲਾਈਕ ਟੂ ਰਿਕੁਐਸਟ ਯੂ ਟੂ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਦ ਚੈਨਲ ਵਿਦ ਐਸ ਮੈਨੀ ਐਸਪੀਰੈਂਟਸ ਐਸ ਯੂ ਕੈਨ, ਤਾਂ ਕਿ ਅਸੀਂ ਸਾਰੇ ਬੱਚਿਆਂ ਨੂੰ ਹੈਲਪ ਕਰ ਸਕੀਏ। ਠੀਕ ਹੈ ਜੀ, ਸਟਾਰਟਿੰਗ ਵਿਦ ਦ ਫਰਸਟ ਨਿਊਜ਼ ਆਈਟਮ। ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪਰਵ ਸੀਗਾ, ਸੋ ਆਪਾਂ ਗੁਰੂ ਨਾਨਕ ਦੇਵ ਜੀ ਦੀ ਲਾਈਫ ਬਾਰੇ, ਉਹਨਾਂ ਦੀ ਅਚੀਵਮੈਂਟਸ ਬਾਰੇ, ਉਹਨਾਂ ਦੇ ਕੰਮਕਾਰ ਬਾਰੇ, ਉਹਨਾਂ ਦੀ ਡਾਇਰੈਕਸ਼ਨਸ ਬਾਰੇ, ਉਹਨਾਂ ਦੀ ਗਾਈਡੈਂਸ ਬਾਰੇ ਡਿਫਰੈਂਟ ਫੈਕਟਸ ਜਿਹੜੇ ਉਹ ਆਪਾਂ ਯਾਦ ਕਰ ਲੈਣੇ। ਆਪਾਂ ਨੂੰ ਪ੍ਰੀਲਿਮਸ 'ਚ ਕੁਐਸਚਨ ਇਸ ਤੇ ਆ ਸਕਦਾ ਹੈ। ਠੀਕ ਹੈ ਜੀ, ਸਭ ਤੋਂ ਪਹਿਲਾਂ ਦੇਖੋ, ਗੁਰੂ ਨਾਨਕ ਦੇਵ ਜੀ ਦਾ ਜਨਮ ਜਿਹੜਾ ਹੈ ਅਪ੍ਰੈਲ ਦੇ ਮਹੀਨੇ ਵਿੱਚ ਹੋਇਆ ਸੀ। 15 ਅਪ੍ਰੈਲ ਨੂੰ 1469 ਨੂੰ ਉਹਨਾਂ ਦੀ ਬਰਥ ਡੇਟ ਪ੍ਰੋਜੈਕਟ ਕੀਤੀ ਜਾਂਦੀ ਹੈ। ਅੱਜ ਦੇ ਪਾਕਿਸਤਾਨ ਦੇ ਏਰੀਆ ਵਿੱਚ ਨਨਕਾਣਾ ਸਾਹਿਬ ਜਿਹੜਾ ਏਰੀਆ ਹੈ, ਉੱਥੇ ਉਹਨਾਂ ਦਾ ਜਨਮ ਜਿਹੜਾ ਹੈ ਸਥਾਨ ਮੰਨਿਆ ਜਾਂਦਾ ਹੈ। ਇਸੇ ਲਈ ਇਸ ਜਗ੍ਹਾ ਤੇ ਗੁਰਦੁਆਰਾ ਜਨਮ ਸਥਾਨ ਵੀ ਪਾਇਆ ਜਾਂਦਾ ਹੈ। ਰਾਈਟ, ਸੋ ਪਾਕਿਸਤਾਨ ਵਿੱਚ ਕਾਫੀ ਗੁਰਦੁਆਰੇ ਤੁਹਾਨੂੰ ਮਿਲਣਗੇ। ਠੀਕ ਹੈ, ਇੱਕ ਜਨਰਲ ਕਨਸੈਪਟ ਦੱਸਦੀ ਹੈ। ਇਹ ਤੁਹਾਨੂੰ ਪੰਜਾਬ, ਥੋੜਾ ਬਹੁਤ ਆਪਣੇ ਪੰਜਾਬ ਬਾਰੇ ਪਤਾ ਹੋਣਾ। ਦਿਸ ਇਜ਼ ਮਾਝਾ ਰੀਜਨ। ਜਸਟ ਗਿਵ ਮੀ ਅ ਮਿੰਟ। ਸੋ ਦਿਸ ਇਜ਼ ਆਵਰ ਮਾਝਾ ਰੀਜਨ। ਇਹ ਮਾਝਾ ਰੀਜਨ ਜਿਹੜਾ ਹੈ ਇਹ ਸਿਰਫ ਪੰਜਾਬ ਇੰਡੀਆ ਵਿੱਚ ਲਿਮਿਟਡ ਨਹੀਂ ਹੈ, ਬਟ ਇਹ ਪਾਕਿਸਤਾਨ ਦੇ ਏਰੀਆ ਵਿੱਚ ਵੀ ਜਾਂਦਾ ਹੈ। ਐਂਡ ਇਹ ਏਰੀਆ ਨੂੰ ਸਿੱਖੀਜ਼ਮ ਦਾ ਕ੍ਰੈਡਲ ਵੀ ਕਿਹਾ ਜਾਂਦਾ ਹੈ, ਕਿਉਂਕਿ ਪਹਿਲੇ 6 ਸਿੱਖ ਗੁਰੂਜ਼ ਜਿਹੜੇ ਸੀ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਏਰੀਆ ਵਿੱਚ ਰਿਲੇਟਡ ਹੈ। ਦੇ ਵਰ ਬੋਰਨ ਹੇਅਰ, ਦੇ ਪਰਫਾਰਮਡ ਮੇਜਰ ਐਕਟੀਵਿਟੀਜ਼ ਹੇਅਰ, ਸੋ ਇਹਨੂੰ ਕ੍ਰੈਡਲ ਆਫ ਸਿੱਖੀਜ਼ਮ ਵੀ ਕਿਹਾ ਜਾਂਦਾ ਹੈ। ਤੋ ਇਸੇ ਲਈ ਸਾਡਾ ਬਹੁਤ ਸਾਰਾ ਸਿੱਖ ਧਰਮ ਦਾ ਜਿਹੜਾ ਇਤਿਹਾਸ ਹੈ ਉਹ ਪਾਕਿਸਤਾਨ ਦੇ ਵਿੱਚ ਨਾਲ ਆਪਾਂ ਸ਼ੇਅਰ ਕਰਦੇ ਹਾਂ। ਠੀਕ ਹੈ, ਸੋ ਇਸੇ ਲਈ ਗੁਰੂ ਨਾਨਕ ਦੇਵ ਜੀ ਦਾ ਵੀ ਜਨਮ ਸਥਾਨ ਨਨਕਾਣਾ ਸਾਹਿਬ ਪਾਕਿਸਤਾਨ ਦੇ ਵਿੱਚ ਸਥਿਤ ਹੈ। ਠੀਕ ਹੈ ਜੀ, ਇਸ ਤੋਂ ਬਾਅਦ ਨੈਕਸਟ ਇੰਪੋਰਟੈਂਟ ਫੈਕਟ ਹੈ, ਗੁਰੂ ਨਾਨਕ ਦੇਵ ਜੀ ਦਾ ਬਚਪਨ ਤੋਂ ਹੀ ਜੋ ਇੱਕ ਸਾਥੀ, ਇੱਕ ਕੰਪੈਨੀਅਨ ਤੁਸੀਂ ਕਹਿ ਸਕਦੇ ਹੋ, ਉਹਨਾਂ ਦੀ ਲਾਈਫ ਟਾਈਮ ਦੇ ਦੌਰਾਨ ਵੀ ਉਹਨਾਂ ਦੇ ਨਾਲ ਰਹੇ, ਉਹ ਸੀ ਮਰਦਾਨਾ। ਠੀਕ ਹੈ, ਇੱਕ ਮੁਸਲਿਮ ਮਿਨਸਟਰਲ ਸੀਗੇ, ਇਹ ਗੁਰੂ ਨਾਨਕ ਦੇਵ ਜੀ ਨੂੰ ਮਿਲੇ ਤੇ ਉਸ ਤੋਂ ਹੀ ਇਹਨਾਂ ਦੋਨਾਂ ਦੀ ਦੋਸਤੀ ਜਾਂ ਕੰਪੈਨੀਅਨਸ਼ਿਪ ਬਣ ਗਈ ਸੀ ਤੇ ਇਕੱਠੇ ਹੀ ਇਹਨਾਂ ਨੇ ਜ਼ਿੰਦਗੀ ਦਾ ਸਫ਼ਰ ਫਿਰ ਅੱਗੇ ਵਧਾਇਆ, ਤੁਸੀਂ ਕਹਿ ਸਕਦੇ ਹੋ। ਠੀਕ ਹੈ ਜੀ, ਉਸ ਤੋਂ ਬਾਅਦ ਦੇਖੋ, ਗੁਰੂ ਨਾਨਕ ਦੇਵ ਜੀ ਨੂੰ ਵਰਲਡਲੀ ਚੀਜ਼ਾਂ ਵਿੱਚ ਜ਼ਿਆਦਾ ਇੰਟਰਸਟ ਨਹੀਂ ਰਹਿੰਦਾ ਸੀ। ਇੱਕ ਵਾਰ ਉਹ ਕਾਫੀ ਪਿਓਰ ਦਿਲ ਦੇ ਐਂਡ ਕੰਪੈਸ਼ਨੇਟ ਇਨਸਾਨ ਸੀ। ਉਹਨਾਂ ਨੂੰ ਅਗਰ ਉਹਨਾਂ ਦੇ ਫਾਦਰ ਜਿਹੜੇ ਹੈ ਕੰਮ ਧੰਦੇ ਲਈ ਭੇਜਦੇ ਵੀ ਸੀ, ਪੈਸੇ ਲਈ, ਪੈਸਾ ਵਧਾਉਣ ਲਈ ਕਹਿੰਦੇ ਵੀ ਸੀ, ਤਾਂ ਉਹ ਪੈਸਾ ਲੋਕਾਂ ਦੀ ਭਲਾਈ ਵਿੱਚ ਸਪੈਂਡ ਕਰਨ 'ਚ ਜ਼ਿਆਦਾ ਵਿਸ਼ਵਾਸ ਕਰਦੇ ਸੀ ਰਾਦਰ ਦੈਨ ਬਿਜ਼ਨਸ ਜਾਂ ਇਸ ਤਰੀਕੇ ਦੀ ਮੈਂਟੈਲਿਟੀ ਰੱਖਣਾ।
ਸੋ ਇਹ ਸਭ ਤੋਂ ਉਹਨਾਂ ਦੀ ਨੇਚਰ ਨੂੰ ਦੇਖ ਕੇ ਪੇਰੈਂਟਸ ਨੂੰ ਦੇਖੋ ਉਸ ਟਾਈਮ ਤੇ ਥੋੜੀ ਪਤਾ ਸੀ ਕਿ ਇਹ ਗੋਡ ਜਾਂ ਸਾਰੀ ਦੁਨੀਆ ਨੂੰ ਸਾਰੀ ਹਿਊਮੈਨਿਟੀ ਨੂੰ ਐਨਲਾਈਟਨਮੈਂਟ ਦਾ ਪਾਥ ਦਿਖਾਉਣ ਲਈ ਆਏ ਨੇ, ਤਾਂ ਪੇਰੈਂਟਸ ਹੋਣ ਦੇ ਨਾਤੇ ਉਹਨਾਂ ਨੂੰ ਥੋੜੀ ਫਿਕਰ ਸੀ ਕਿ ਬੱਚੇ ਦਾ ਕੀ ਬਣੇਗਾ ਅੱਗੇ ਜਾ ਕੇ। ਤਾਂ ਉਹਨਾਂ ਨੇ ਬੱਚੇ ਨੂੰ, ਯਾਨੀ ਕਿ ਗੁਰੂ ਨਾਨਕ ਦੇਵ ਜੀ ਨੂੰ ਆਪਦੀ ਭੈਣ ਕੋਲ ਸ਼ਿਫਟ ਕਰ ਦਿੱਤਾ। ਤਾਂ ਉੱਥੇ ਕਾਫੀ ਦਿਨ ਰਹੇ ਗੁਰੂ ਨਾਨਕ ਦੇਵ ਜੀ, ਉੱਥੇ ਇਹਨਾਂ ਨੇ ਕੰਮ ਕਰਨਾ ਵੀ ਸ਼ੁਰੂ ਕੀਤਾ। ਬਟ ਰੋਜ਼ ਦਾ ਇਹਨਾਂ ਦਾ ਰੂਟੀਨ ਵੀ ਸੀ ਕਿ ਸੁਬਾਹ ਰਿਵਰ ਤੇ ਜਾ ਕੇ, ਬੈਨ ਰਿਵਰ ਜਿਹਨੂੰ ਆਪਾਂ ਕਹਿੰਦੇ ਆ, ਉੱਥੇ ਜਾ ਕੇ ਇਹ ਡੁਬਕੀ ਲਗਾਉਂਦੇ ਸੀ। ਤੇ ਇੱਕ ਦਿਨ ਇਸ ਤਰੀਕੇ ਨਾਲ ਹੋਇਆ ਕਿ ਇਹਨਾਂ ਨੇ ਡੁਬਕੀ ਲਗਾਈ ਤੇ 3 ਦਿਨ ਤੱਕ ਉਹ ਉੱਪਰ ਵਾਪਸ ਹੀ ਨਹੀਂ ਆਏ। ਰਾਈਟ, 3 days ਤੱਕ ਹੀ ਵਾਸ ਮਿਸਿੰਗ। ਸੋ ਪੀਪਲ ਥੌਟ ਹੀ ਮਾਈਟ ਹੈਵ ਡਾਈਡ, ਜਦੋਂ 3 ਦਿਨ ਤੱਕ ਕੋਈ ਪਾਣੀ ਵਿੱਚ ਨਹੀਂ ਸਰਵਾਈਵ ਕਰ ਸਕਦਾ। ਬਟ 4th day ਹੀ ਕੇਮ ਆਊਟ ਐਂਡ ਹੀ uttered one word, one sentence that said one God। ਠੀਕ ਹੈ ਜੀ। ਉਸ ਟਾਈਮ ਤੇ ਦੇਖੋ ਬਹੁਤ ਜ਼ਿਆਦਾ ਹਿੰਦੂ ਮੁਸਲਮਾਨ, ਸੌਰੀ ਹਿੰਦੂ ਸਿੱਖ ਨਹੀਂ, ਸਿੱਖੀਜ਼ਮ ਤਾਂ ਅਜੇ ਸਟਾਰਟ ਹੀ ਨਹੀਂ ਹੋਇਆ। ਹਿੰਦੂ ਮੁਸਲਮਾਨ ਦਾ ਜਿਹੜਾ ਕਨਫਲਿਕਟ ਬਹੁਤ ਚੱਲਦਾ ਰਹਿੰਦਾ ਸੀ। ਇਸੇ ਲਈ ਉਸ ਟਾਈਮ ਤੇ ਗੁਰੂ ਨਾਨਕ ਦੇਵ ਜੀ ਨੇ ਇਹ ਆਈਡੀਆ ਐਸਟੈਬਲਿਸ਼ ਕੀਤਾ ਕਿ ਭਗਵਾਨ ਜਿਹੜਾ ਹੈ ਜਾਂ ਰੱਬ ਜਿਹੜਾ ਹੈ ਉਹ ਇੱਕ ਹੀ ਹੈ। ਆਪਾਂ ਨੇ ਡਿਸਟਿੰਕਸ਼ਨਸ ਕ੍ਰੀਏਟ ਕੀਤੀਆਂ ਹੈ, ਬਟ ਗੋਡ ਇਜ਼ ਵਨ। ਰਾਈਟ, ਸੋ ਇਸ ਆਈਡੀਆ ਨਾਲ ਉਹ ਅੱਗੇ ਵਧੇ ਤੇ ਇਸ ਰਾਹ ਤੇ ਆਪਾਂ ਨੂੰ ਸਭ ਨੂੰ ਅੱਜ ਐਨਲਾਈਟਨਮੈਂਟ ਦਾ ਪਾਥ ਪੜ੍ਹਾ ਰਹੇ ਹੈ। ਇਸੇ ਆਈਡੀਆ ਨੂੰ ਪੂਰੀ ਦੁਨੀਆ ਵਿੱਚ ਸਪਰੈਡ ਕਰਨ ਲਈ, ਪੂਰੀ ਕੰਟਰੀ ਵਿੱਚ ਸਪਰੈਡ ਕਰਨ ਲਈ ਉਹਨਾਂ ਨੇ ਕਾਫੀ ਸਾਰੀ ਉਦਾਸੀਜ਼, ਜਾਂ ਜਿਹਨੂੰ ਆਪਾਂ ਟਰੈਵਲ ਵੀ ਕਹਿ ਸਕਦੇ ਹਾਂ ਇੰਗਲਿਸ਼ ਵਿੱਚ, ਟਰੈਵਲਸ ਕੀਤੇ ਇਨ ਡਿਫਰੈਂਟ ਪਾਰਟਸ ਆਫ ਇੰਡੀਆ ਐਂਡ ਵਰਲਡ। ਠੀਕ ਹੈ, ਸੋ ਕਿਹਾ ਜਾਂਦਾ ਹੈ ਕਿ ਉਹ ਸ਼੍ਰੀਲੰਕਾ, ਬਗਦਾਦ, ਸੈਂਟਰਲ ਏਸ਼ੀਆ ਤੱਕ, ਕਈ ਅਕਾਊਂਟਸ ਰਿਸਰਚਰਸ ਨੇ ਕਿਹਾ ਹੈ ਕਿ ਸੈਂਟਰਲ ਏਸ਼ੀਆ ਤੱਕ ਉਹ ਆਪਦੀ ਇਸ ਟਰੈਵਲਸ ਜਾਂ ਉਦਾਸੀਜ਼ ਦੇ ਰਾਸਤੇ ਚੱਲੇ। ਤੇ ਬਹੁਤ ਸਾਰੀ ਸਟੋਰੀਜ਼ ਇਹਨਾਂ ਉਦਾਸੀਜ਼ ਤੇ ਦੇਖੀਆਂ ਗਈਆਂ ਸੀ। ਇੱਕ ਬਹੁਤ ਹੀ ਫੇਮਸ ਸਟੋਰੀ ਹੈ ਜਦੋਂ ਉਹ ਮੱਕਾ ਦੀ ਜਰਨੀ ਤੇ ਹੁੰਦੇ ਹੈ, ਥੱਕ ਜਾਂਦੇ ਹੈ, ਲੇਟੇ ਹੋਏ ਹੁੰਦੇ ਹੈ, ਤਾਂ ਮੱਕਾ ਤੇ ਜੋ ਉਹਨਾਂ ਦੀ ਮੇਨ ਪੂਜਾ ਸਥਲ ਹੁੰਦਾ ਹੈ, ਆਪਾਂ ਕਹਿ ਸਕਦੇ ਹਾਂ, ਉਸ ਤਰਫ ਗੁਰੂ ਨਾਨਕ ਦੇਵ ਜੀ ਦੇ ਚਰਨ ਹੁੰਦੇ ਨੇ। ਤਾਂ ਉਹ ਇਸ ਤਰੀਕੇ ਨਾਲ ਲੇਟੇ ਹੁੰਦੇ ਹੈ। ਤਦ ਇੱਕ ਮੁਸਲਿਮ ਮਿਨਿਸਟਰ ਜਿਹੜੇ ਹੈ ਉਹ ਆ ਕੇ ਕਹਿੰਦੇ ਨੇ ਕਿ ਤੁਸੀਂ ਅਪਮਾਨ ਕਰ ਰਹੇ ਹੋ ਧਰਮ ਦਾ, ਪੈਰ ਤੁਸੀਂ ਪੂਜਾ ਵਾਲੀ ਜਗ੍ਹਾ ਦੇ ਸਾਈਡ ਕੀਤੇ ਹੋਏ ਨੇ। ਤਾਂ ਉਦੋਂ ਗੁਰੂ ਨਾਨਕ ਦੇਵ ਜੀ ਬੜੀ ਹੀ ਕੰਪੈਸ਼ਨ ਨਾਲ ਕਹਿੰਦੇ ਨੇ ਕਿ ਠੀਕ ਹੈ ਜੀ, ਮੈਂ ਮਾਫੀ ਮੰਗਦਾ ਹਾਂ, ਬਟ ਅਗਰ ਤੁਹਾਨੂੰ ਲੱਗਦਾ ਹੈ ਕਿ ਜਿਸ ਤਰਫ ਭਗਵਾਨ ਨਹੀਂ ਹੈ, ਮੇਰੇ ਪੈਰ ਤੁਸੀਂ ਚੱਕ ਕੇ ਉਸ ਤਰਫ ਹੀ ਕਰ ਦਿਓ। ਤਾਂ ਜਦੋਂ ਹੀ ਉਹ ਮੁਸਲਿਮ ਇਨਸਾਨ ਜਿਹੜਾ ਹੁੰਦਾ ਹੈ ਗੁਰੂ ਨਾਨਕ ਦੇਵ ਜੀ ਦੇ ਪੈਰ ਚੱਕ ਕੇ ਦੂਸਰੀ ਡਾਇਰੈਕਸ਼ਨ ਵਿੱਚ ਕਰਨ ਲੱਗਦਾ ਹੈ, ਹੀ ਸੀਜ਼ ਕਿ ਮੱਕਾ ਜਿਹੜਾ ਹੈ ਉਸ ਸਾਈਡ ਤੇ ਪਹੁੰਚ ਜਾਂਦਾ ਹੈ ਜਿਸ ਤਰਫ ਉਹਦੇ ਪੈਰ ਸੀ। ਫਿਰ ਉਹ ਚੱਕ ਕੇ ਡਾਇਰੈਕਸ਼ਨ ਚੇਂਜ ਕਰਨ ਲੱਗ ਜਾਂਦਾ ਹੈ, ਮੱਕਾ ਦੀ ਮੱਕਾ ਉਸ ਸਾਈਡ ਤੇ ਪਹੁੰਚ ਜਾਂਦਾ ਹੈ। ਰਾਈਟ, ਅਲਟੀਮੇਟ ਇਹ ਕਹਾਣੀ ਦਾ ਸਾਰ ਕਿਆ ਸੀ ਕਿ ਰੱਬ ਤਾਂ ਹਰ ਡਾਇਰੈਕਸ਼ਨ 'ਚ ਹੀ ਹੈ। ਆਪਾਂ ਹੈ ਜੋ ਆਈਡਲਸ ਨੂੰ ਵਰਸ਼ਿਪ ਕਰਦੇ ਹੈ, ਡਾਇਰੈਕਸ਼ਨਸ ਨੂੰ, ਪਲੇਸਿਸ ਨੂੰ ਵਰਸ਼ਿਪ ਕਰਦੇ ਹੈ, ਬਟ ਭਗਵਾਨ ਤਾਂ ਸਾਰੇ ਕਿਤੇ ਹੀ ਹੈ, ਸਾਡੇ ਨਾਲ ਹਰ ਜਗ੍ਹਾ ਤੇ ਹੈ। ਆਪਾਂ ਮੰਦਿਰ 'ਚ ਚੱਪਲਾਂ ਲਾ ਕੇ ਜਾਂਦੇ ਹਾਂ, ਗੁਰਦੁਆਰੇ 'ਚ ਪੈਰ ਧੋ ਕੇ ਜਾਂਦੇ ਹੈ, ਇਸ ਸਭ ਨਾਲ ਕੁਝ ਨਹੀਂ ਹੁੰਦਾ ਕਿਉਂਕਿ ਭਗਵਾਨ ਤਾਂ ਹਰ ਕਿਸੇ ਵਿੱਚ ਹੈ, ਸਥਾਨ ਤੇ। ਸੋ ਦੈਟ ਵਾਸ ਕਾਈਂਡ ਆਫ ਦਾ ਮੈਸੇਜ ਆਫ ਦੈਟ ਸਟੋਰੀ। ਤਾਂ ਇਹਨਾਂ ਦੀ ਉਦਾਸੀਜ਼ ਤੇ ਇਸ ਤਰੀਕੇ ਦੀ ਸਟੋਰੀਜ਼ ਹੀ ਭਰੀਆਂ ਹੋਈਆਂ ਹੈ ਤਾਂ ਕਿ ਹਿਊਮੈਨਿਟੀ ਨੂੰ ਡਿਫਰੈਂਟ ਕਾਈਂਡ ਆਫ ਲੈਸਨਸ ਜਿਹੜੇ ਹੈ ਉਹ ਦਿੱਤੇ ਜਾ ਸਕਣ। ਠੀਕ ਹੈ, ਸੋ ਦੈਟ ਇਜ਼ ਵਨ ਇੰਪੋਰਟੈਂਟ ਫੈਕਟ ਅਬਾਊਟ ਹਿਸ ਲਾਈਫ। ਉਸ ਤੋਂ ਬਾਅਦ ਦੇਖੋ ਸਿੱਖ ਧਰਮ ਦੀ ਸਥਾਪਨਾ ਗੁਰੂ ਨਾਨਕ ਦੇਵ ਜੀ ਦੇ ਨਾਲ ਹੀ ਹੋਈ। ਸਿੱਖ ਦਾ ਮਤਲਬ ਹੀ ਹੈ ਸਿਸ਼ਿਆ ਜਾਂ ਸਿਸਿਆ। ਸੰਸਕ੍ਰਿਤ ਚ ਸਿਸਿਆ ਕਿਹਾ ਜਾਂਦਾ ਹੈ, ਜਾਂ ਇਹਨੂੰ ਆਪਾਂ ਹਿੰਦੀ ਚ ਅੱਜ ਕੱਲ ਸ਼ਿਸ਼ਿਆ ਕਹਿੰਦੇ ਹੈ, ਜਾਂ ਇਹਨੂੰ ਆਪਾਂ ਸਿੱਖਿਆ ਵੀ ਕਹਿੰਦੇ ਹੈ। ਕਹਿਣ ਦਾ ਮਤਲਬ ਹੈ ਸਟੂਡੈਂਟ ਜਾਂ ਡਿਸਾਈਪਲ, ਜਾਂ ਜਿਹੜੇ ਲੋਕ ਸਿੱਖਦੇ ਨੇ, ਲਰਨ ਕਰਦੇ ਨੇ। ਜਿਵੇਂ ਪਾਲੀ ਲੈਂਗੁਏਜ ਚ ਇਹਨੂੰ ਸਿੱਖੀ ਵੀ ਕਿਹਾ ਜਾਂਦਾ ਹੈ, ਉਹਨੂੰ ਸਿੱਖ ਕਿਹਾ ਜਾਂਦਾ ਹੈ। ਇੱਕ ਡਿਸਾਈਪਲ ਨੂੰ ਸਿੱਖ ਕਿਹਾ ਜਾਂਦਾ ਹੈ। ਉਸ ਤੋਂ ਹੀ ਸਿੱਖੀਜ਼ਮ ਦਾ ਸਟਾਰਟਿੰਗ ਹੋਈ। ਜਿਹੜੇ ਵੀ ਗੁਰੂ ਨਾਨਕ ਦੇਵ ਜੀ ਦੇ ਡਿਸਾਈਪਲ ਸੀ, ਉਹਨਾਂ ਸਭ ਨੂੰ ਸਿੱਖ ਕਿਹਾ ਜਾਣ ਲੱਗਿਆ। ਰਾਈਟ, ਸੋ ਸਿੱਖੀਜ਼ਮ ਦਾ ਬਰਥ ਇਸ ਤਰੀਕੇ ਨਾਲ ਹੋਇਆ। ਹੁਣ ਗੁਰੂ ਨਾਨਕ ਦੇਵ ਜੀ ਨੇ ਆਪਦੇ ਲਾਸਟ ਟਾਈਮਸ ਆਫ ਹਿਜ਼ ਲਾਈਫ ਹੀ ਸਪੈਂਟ ਇਨ ਕਰਤਾਰਪੁਰ, ਅਗੇਨ ਇਨ ਪਾਕਿਸਤਾਨ। ਉੱਥੇ ਹੀ ਉਹਨਾਂ ਦਾ ਜੋਤੀ ਜੋਤ ਵੀ ਸਮਾਏ ਸੀਗੇ ਉਹ। ਸੋ ਇਹ ਇੰਪੋਰਟੈਂਟ ਫੈਕਟ ਹੈ ਜਿਹੜਾ ਆਪਾਂ ਯਾਦ ਰੱਖਣਾ ਹੈ। ਤੇ ਉਹਨਾਂ ਨੇ ਜਾਣ ਤੋਂ ਪਹਿਲਾਂ ਆਪਦਾ ਸਕਸੈਸਰ ਜਿਹੜਾ ਹੈ, ਆਪਦੇ ਇੱਕ ਇੰਪੋਰਟੈਂਟ ਡਿਸਾਈਪਲ ਲਹਿਣਾ, ਸ਼੍ਰੀ ਲਹਿਣਾ ਜੀ ਨੂੰ ਅਪਾਇੰਟ ਕੀਤਾ ਸੀ। ਠੀਕ ਹੈ, ਸੋ ਇਹ ਕਿਹਾ ਜਾਂਦਾ ਹੈ ਕਿ ਉਹਨਾਂ ਦੇ ਜੋ ਖੁਦ ਦੇ ਸਨਸ ਸੀਗੇ ਉਹ ਇੰਨੇ ਰਿਲੀਜੀਅਸ ਨਹੀਂ ਸੀ। ਗੁਰੂ ਨਾਨਕ ਦੇਵ ਜੀ ਨੂੰ ਗੁਰੂ ਲਹਿਣਾ ਵਿੱਚ ਜਿਹੜਾ ਹੈ ਪਹਿਲਾ ਭਾਈ ਲਹਿਣਾ ਜਿਹਨਾਂ ਨੂੰ ਕਹਿੰਦੇ ਸੀਗੇ, ਉਹਨਾਂ ਵਿੱਚ
ਅ, ਉਹ ਕਾਬਲੀਅਤ ਦਿਖੀ ਕਿ ਉਹ ਸਿੱਖੀਜ਼ਮ ਦੀ ਟੀਚਿੰਗ ਨੂੰ, ਵਨ ਗੋਡ ਦੀ ਟੀਚਿੰਗ ਨੂੰ ਲੋਕਾਂ ਤੱਕ ਪਹੁੰਚਾ ਸਕਦੇ ਨੇ। ਇਸੇ ਲਈ ਉਹਨਾਂ ਨੇ ਭਾਈ ਲਹਿਣਾ ਨੂੰ ਨੈਕਸਟ ਗੁਰੂ ਅਪੋਇੰਟ ਕੀਤਾ ਤੇ ਉਹਨਾਂ ਨੂੰ ਨਵਾਂ ਨਾਮ ਵੀ ਦਿੱਤਾ, ਦੈਟ ਇਜ਼ ਅੰਗਦ, ਵਿਚ ਮੀਨਸ ਮਾਈ ਓਨ ਲਿੰਬ। ਇਹ ਮੇਰਾ ਹੀ ਪਾਰਟ ਨੇ, ਤੁਸੀਂ ਇਹਨਾਂ ਨੂੰ ਹੁਣ ਫੋਲੋ ਕਰਨਾ ਹੈ, ਰਾਈਟ। ਸੋ ਇਸੇ ਲਈ ਫਿਰ ਉਹ ਬਣ ਗਏ ਗੁਰੂ ਅੰਗਦ ਦੇਵ ਜੀ, ਜਿਹੜੇ ਆਪਣੇ ਸੈਕਿੰਡ ਗੁਰੂ ਨੇ, ਰਾਈਟ। ਇਹ ਸਟੋਰੀ ਹੈ ਜਿਹੜੀ ਤੁਸੀਂ ਯਾਦ ਰੱਖਣੀ ਹੈ, ਇਸ ਚੋਂ ਹੀ ਤੁਹਾਨੂੰ ਕੁਐਸਚਨ ਆਣਗੇ। ਤੇ ਇਸ ਤਰੀਕੇ ਨਾਲ ਹਰ ਗੁਰੂ ਦੀ ਕਹਾਣੀ ਜਿਹੜੀ ਹੈ ਸਟੋਰੀ ਵਾਈਜ਼ ਯਾਦ ਰੱਖਣ ਦੀ ਕੋਸ਼ਿਸ਼ ਕਰੋ। ਦੇਰ ਇਜ਼ ਨਥਿੰਗ ਮਚ ਡਿਫਿਕਲਟ, ਥੋੜਾ ਫੈਕਚੁਅਲ ਯਾਦ ਕਰਨਾ ਪੈਂਦਾ ਹੈ ਜ਼ਰੂਰ ਕੁਐਸਚਨਸ ਆਨਸਰ ਕਰਨ ਲਈ, ਬਟ ਅਗਰ ਸਟੋਰੀ ਦੇ ਫਾਰਮ ਚ ਯਾਦ ਰੱਖੋਗੇ ਇਟ ਇਜ਼ ਈਜ਼ੀ। ਠੀਕ ਹੈ, ਇਹ ਯਾਦ ਰੱਖਣਾ ਹੈ, ਪ੍ਰੀਲਿਮਸ ਚ ਇਹ ਕਾਫੀ ਹੈਲਪ ਕਰੇਗਾ। ਨਾਓ ਸੈਕਿੰਡ ਟॉपिक, ਪ੍ਰੈਜ਼ੀਡੈਂਟ ਪ੍ਰਪੋਜ਼ਸ ਆਲ ਇੰਡੀਆ ਜੁਡੀਸ਼ੀਅਲ, ਰਾਈਟ। ਹੁਣ ਦੇਖੋ ਤੁਸੀਂ, ਆਲ ਇੰਡੀਆ ਜੁਡੀਸ਼ੀਅਲ ਸਰਵਿਸ ਪਹਿਲਾਂ ਹੈ ਹੀ ਕਿਆ, ਇਹ ਸਮਝ ਲੈਂਦੇ ਆ। ਦੇਖੋ ਆਪਣੇ ਕੰਟਰੀ ਵਿੱਚ ਜੁਡੀਸ਼ਰੀ 3 ਲੈਵਲ ਤੇ ਆ ਮੇਨਲੀ, ਸੁਪਰੀਮ ਕੋਰਟ, ਹਾਈ ਕੋਰਟ, ਡਿਸਟ੍ਰਿਕਟ ਕੋਰਟ, ਤੇ ਨੀਚੇ ਹੋ ਜਾਂਦੇ ਆ ਸਾਰੇ ਸਬਆਰਡੀਨੇਟ ਕੋਰਟਸ ਐਂਡ ਆਲ ਦੈਟ ਸਟਫ। ਠੀਕ ਹੈ, तो देखो इन्ना दोनों लेवल्स ਤੇ ਅਪਾਇੰਟਮੈਂਟ ਕਿਹਦੇ ਨਾਲ ਹੋ ਰਹੀ ਹੈ, ਕੋਲੀਜੀਅਮ ਸਿਸਟਮ ਨਾਲ। ਬਹੁਤ ਹੀ ਫੇਮਸ ਕੋਲੀਜੀਅਮ ਸਿਸਟਮ ਹੈ, ਉਹ ਐਸਸੀ ਦੇ ਜजेस ਨੂੰ ਵੀ ਅਪਾਇੰਟ ਕਰਦਾ ਹੈ ਤੇ ਹਾਈ ਕੋਰਟ ਦੇ, ਰਾਈਟ। ਨਾਓ ਹੁਣ ਇਹ ਕੀ ਪ੍ਰਪੋਜ਼ਲ ਦਿੱਤਾ ਜਾ ਰਿਹਾ ਹੈ ਕਿ ਡਿਸਟ੍ਰਿਕਟ ਲੈਵਲ ਦੇ ਜजेस ਨੂੰ ਅਪਾਇੰਟ ਕਰਨ ਲਈ ਆਲ ਇੰਡੀਆ ਜੁਡੀਸ਼ੀਅਲ ਸਰਵਿਸ ਐਗਜ਼ਾਮੀਨੇਸ਼ਨ ਕੰਡਕਟ ਕੀਤਾ ਜਾਣਾ ਚਾਹੀਦਾ ਹੈ, ਰਾਈਟ। ਕਰੰਟਲੀ ਵੀ ਕੁਝ ਐਗਜ਼ਾਮੀਨੇਸ਼ਨ ਵਗੈਰਾ ਹੁੰਦੇ ਹੈ, ਬਟ ਇੱਕ ਆਲ ਇੰਡੀਆ ਜੁਡੀਸ਼ੀਅਲ ਲੈਵਲ ਦਾ, ਜਿਵੇਂ ਆਪਣਾ ਯੂਪੀਐਸਸੀ ਦਾ ਐਗਜ਼ਾਮ ਹੁੰਦਾ ਹੈ, ਪੂਰੀ ਕੰਟਰੀ ਵਿੱਚ ਆਫੀਸਰਸ ਜਿਹੜੇ ਅਪਾਇੰਟ ਹੁੰਦੇ ਆ ਯੂਪੀਐਸਸੀ ਦੇ ਐਗਜ਼ਾਮ ਦੇ ਥਰੂ, ਉਸੇ ਤਰੀਕੇ ਨਾਲ ਇਹ ਰਿਕਮੈਂਡ ਕੀਤਾ ਜਾ ਰਿਹਾ ਕਿ ਜੁਡੀਸ਼ਰੀ ਨੂੰ ਇੱਕ ਸੈਂਟਰਲ ਐਗਜ਼ਾਮ ਦੇ ਥਰੂ ਅਪਾਇੰਟ ਕੀਤਾ ਜਾਵੇ, ਸਾਰੇ ਸਿਲੈਕਟਡ ਕੈਂਡੀਡੇਟਸ ਨੂੰ ਡਿਫਰੈਂਟ ਡਿਫਰੈਂਟ ਜਗ੍ਹਾਵਾਂ ਤੇ ਪੋਸਟ ਕੀਤਾ। ਠੀਕ ਹੈ, ਇਹ ਰਿਕਮੈਂਡੇਸ਼ਨ ਹੈ। ਹੁਣ ਇਹ ਰਿਕਮੈਂਡੇਸ਼ਨ ਦੀ ਸ਼ੁਰੂਆਤ ਕਿੱਥੋਂ ਹੋਈ? ਦੇਖੋ ਸਭ ਤੋਂ ਪਹਿਲਾਂ 1958 ਦੇ ਵਿੱਚ ਲਾਅ ਕਮਿਸ਼ਨ ਨੇ ਆਪਦੀ ਰਿਪੋਰਟ ਵਿੱਚ ਇਹ ਰਿਕਮੈਂਡ ਕੀਤਾ ਸੀ ਕਿ ਸਾਨੂੰ ਆਲ ਇੰਡੀਆ ਜੁਡੀਸ਼ੀਅਲ ਸਰਵਿਸ ਟਾਈਪ ਦੀ ਇੱਕ ਬੋਡੀ ਬਣਾਉਣੀ ਚਾਹੀਦੀ ਹੈ, ਪੂਰੇ ਇੰਡੀਆ ਦੇ ਵਿੱਚ ਜੁਡੀਸ਼ੀਅਲ ਸਰਵਿਸਿਜ਼ ਦੇ ਆਫੀਸਰਸ ਨੂੰ ਅਪਾਇੰਟ ਕਰਨ ਲਈ ਡਿਸਟ੍ਰਿਕਟ ਲੈਵਲ ਤੇ, ਰਾਈਟ। ਉਸ ਤੋਂ ਬਾਅਦ ਇੰਦਰਾ ਗਾਂਧੀ ਦੇ ਟਾਈਮ ਤੇ 1976 ਵਿੱਚ 42nd ਅਮੈਂਡਮੈਂਟ ਨਾਲ ਇਹ ਇੰਟਰੋਡਿਊਸ ਕਰ ਦਿੱਤਾ ਗਿਆ ਸੀ ਆਰਟੀਕਲ 312 ਵਿੱਚ, ਕਿ ਜਦੋਂ ਵੀ ਰਾਜ ਸਭਾ ਚਾਹੇ ਆਲ ਇੰਡੀਆ ਜੁਡੀਸ਼ੀਅਲ ਸਰਵਿਸ ਜਿਹੜੀ ਹੈ ਉਹ ਕ੍ਰੀਏਟ ਕਰ ਸਕਦੀ, ਰਾਈਟ। ਨਾਓ ਹੁਣ ਆਰਟੀਕਲ 312 ਦੀ ਪਾਵਰਸ ਦੇ ਅੰਦਰ ਰਾਜ ਸਭਾ 2/3 ਮੈਜੋਰਿਟੀ ਨਾਲ ਆਲ ਇੰਡੀਆ ਜੁਡੀਸ਼ੀਅਲ ਸਰਵਿਸ ਕਿਸੇ ਵੀ ਟਾਈਮ ਤੇ ਕ੍ਰੀਏਟ ਕਰ ਸਕਦੀ ਹੈ। ਦੈਟ ਮੀਨਸ ਹੁਣ ਆਪਾਂ ਨੂੰ ਕੋਈ ਕਨਸਟੀਟਿਊਸ਼ਨਲ ਅਮੈਂਡਮੈਂਟ ਨਹੀਂ ਚਾਹੀਦੀ ਹੈ ਆਲ ਇੰਡੀਆ ਜੁਡੀਸ਼ੀਅਲ ਸਰਵਿਸ ਕ੍ਰੀਏਟ ਕਰਨ ਲਈ, ਰਾਈਟ। ਨਾਓ ਅਗਰ ਤੁਸੀਂ ਕਹੋ ਕਿ ਸੁਪਰੀਮ ਕੋਰਟ ਦਾ ਇਸ ਤੇ ਕਿਆ ਓਪੀਨੀਅਨ ਹੈ, ਤਾਂ ਸੁਪਰੀਮ ਕੋਰਟ ਨੇ ਵੀ ਇਸ ਦੇ ਹੱਕ ਵਿੱਚ ਫੈਸਲਾ ਕੀਤਾ ਹੋਇਆ ਹੈ। 1993 ਦੇ ਵਿੱਚ ਆਲ ਇੰਡੀਆ ਜੱਜਿਸ ਐਸੋਸੀਏਸ਼ਨ ਵਰਸਸ ਗਵਰਨਮੈਂਟ ਜਾਂ ਯੂਨੀਅਨ ਆਫ ਇੰਡੀਆ ਦੇ ਕੇਸ ਵਿੱਚ ਇਹ ਕਿਹਾ ਗਿਆ ਸੀ ਸੁਪਰੀਮ ਕੋਰਟ ਦੁਆਰਾ ਕਿ ਆਪਾਂ ਨੂੰ ਆਲ ਇੰਡੀਆ ਜੁਡੀਸ਼ੀਅਲ ਸਰਵਿਸ ਸੈਟਅਪ ਕਰਨੀ ਚਾਹੀਦੀ ਹੈ, ਇਹ ਆਪਾਂ ਨੂੰ ਅੱਗੇ ਅਸਿਸਟ ਕਰੇਗੀ ਬੈਟਰ ਜੁਡੀਸ਼ਰੀ ਦੀ ਸਰਵਿਸਿਜ਼ ਪ੍ਰੋਵਾਈਡ ਕਰਨ ਵਿੱਚ, ਰਾਈਟ। ਨਾਓ ਕਿਉਂ ਆਪਾਂ ਇੰਨਾ ਪ੍ਰਮੋਟ ਕਰ ਰਹੇ ਹਾਂ, ਕਿਉਂ ਤੁਹਾਨੂੰ ਲੱਗਦਾ ਹੈ ਕਿ ਆਲ ਇੰਡੀਆ ਜੁਡੀਸ਼ੀਅਲ ਸਰਵਿਸ ਚਾਹੀਦੀ ਹੈ ਜਾਂ ਆਲ ਇੰਡੀਆ ਜੁਡੀਸ਼ੀਅਲ ਸਰਵਿਸ ਦੇ ਐਡਵਾਂਟੇजेस ਕਿਆ ਹੈ? ਸਭ ਤੋਂ ਪਹਿਲਾਂ ਦੇਖੋ ਬਹੁਤ ਸਾਰੀਆਂ ਵੈਕੈਂਸੀਜ਼ ਹੈ ਆਪਣੀ ਜੁਡੀਸ਼ਰੀ ਵਿੱਚ। ਅਗਰ ਤੁਸੀਂ ਜੱਜ ਟੂ ਪੋਪੂਲੇਸ਼ਨ ਰੇਸ਼ੀਓ ਦੇਖੋ ਇੰਡੀਆ ਦੀ, ਤਾਂ ਬਹੁਤ ਹੀ ਜ਼ਿਆਦਾ ਵੀਕ ਹੈ ਐਜ਼ ਕੰਪੇਅਰ ਟੂ ਮੈਨੀ ਅਦਰ ਕੰਟਰੀਜ਼। ਠੀਕ ਹੈ, ਜਿਵੇਂ ਤੁਸੀਂ ਦੇਖੋ ਲਾਅ ਕਮਿਸ਼ਨ ਦੇ ਅਕੋਰਡਿੰਗ ਇੰਡੀਆ ਦੇ ਵਿੱਚ 50 ਜੱਜਿਸ ਹੋਣੇ ਚਾਹੀਦੇ ਆ ਪਰ 10 ਲੱਖ ਪੋਪੂਲੇਸ਼ਨ, ਬਟ ਹਜੇ ਆਪਣੇ ਕੋਲ ਜਸਟ 10 ਤੋਂ 12, ਇਹ ਥੋੜਾ ਪੁਰਾਣਾ ਡਾਟਾ ਵੀ ਹੋ ਸਕਦਾ ਹੈ, 12 ਪਰ ਮਿਲੀਅਨ ਜजेस ਹੀ ਇੰਡੀਆ ਦੇ ਵਿੱਚ ਪ੍ਰੈਜ਼ੈਂਟ ਹੈ, ਰਾਈਟ। ਜਾਂ ਫਿਰ ਲੇਟੈਸਟ ਅਗਰ ਡਾਟਾ ਤੁਸੀਂ ਦੇਖੋ ਤਾਂ ਅਰਾਊਂਡ 20 ਤੱਕ ਆਪਾਂ ਪਹੁੰਚ ਪਾਏ ਹਾਂ, ਬਟ ਅਗਰ ਤੁਸੀਂ ਯੂਐਸ ਯੂਕੇ ਵਿੱਚ ਦੇਖੋ ਦੇ ਹੈਵ 100 ਪਲੱਸ ਜਾਂ 51 ਜजेस ਪਰ 10 ਲੱਖ ਪੀਪਲ ਜਾਂ ਪਰ ਮਿਲੀਅਨ ਪੀਪਲ। ਠੀਕ ਹੈ, ਸੋ ਬਹੁਤ ਹੀ ਜ਼ਿਆਦਾ ਹਿਊਜ ਡਿਫਰੈਂਸ ਹੈ। ਜੱਜ ਪੋਪੂਲੇਸ਼ਨ ਰੇਸ਼ੀਓ ਇੰਡੀਆ ਵਿੱਚ ਕਾਫੀ ਪੂਅਰ ਹੈ, ਇਹਨੂੰ ਕਿਵੇਂ ਠੀਕ ਕੀਤਾ ਜਾ ਸਕਦਾ ਹੈ? ਆਲ ਇੰਡੀਆ ਜੁਡੀਸ਼ਰੀ ਦੇ ਥਰੂ ਤੁਸੀਂ ਇੱਕ ਪੇਪਰ ਕੰਡਕਟ ਕਰਾਓ ਤੇ ਜਿੰਨੀਆਂ ਵੈਕੈਂਸੀਜ਼ ਆ ਉਹਨੂੰ ਹਰ ਸਾਲ ਭਰਦੇ ਜਾਓ, ਹੈ ਨਾ ਜੀ। ਇਹਦੇ ਨਾਲ ਕੀ ਹੋਊਗਾ, ਜੁਡੀਸ਼ਰੀ ਦੇ ਡੀਲੇਸ ਵੀ ਕਮ ਹੋਣਗੇ, ਜਿਹੜਾ ਤਾਰੀਖ ਪੇ ਤਾਰੀਖ ਦਾ ਫਾਰਮੂਲਾ ਹੈ ਉਹਨੂੰ ਵੀ ਆਪਾਂ ਡੀਲ ਕਰ ਸਕਦੇ ਹਾਂ। ਕੁਆਲਿਟੀ ਜੁਡੀਸ਼ੀਅਲ ਸਰਵਿਸ ਆਏਗੀ, ਲੋਕਾਂ ਦਾ ਟਰਸਟ ਬਣੇਗਾ ਜੁਡੀਸ਼ਰੀ ਦੇ ਉੱਤੇ, ਜਿਹੜੇ ਡਿਸਪਿਊਟਸ ਹੈ ਉਹਨਾਂ ਵਿੱਚ ਆਪਾਂ ਜਿਹੜੇ ਪੈਂਡੈਂਸੀ ਹੈ ਕੇਸਿਸ ਦੀ ਉਹਨੂੰ ਡੀਲ ਕਰਨ ਵਿੱਚ ਕਾਫੀ ਹੈਲਪ ਕਰ ਸਕਦੇ ਹਾਂ। ਟੈਲੈਂਟਡ ਲੋਕਾਂ ਨੂੰ ਅਪਾਇੰਟ ਕੀਤਾ ਜਾ ਸਕਦਾ ਹੈ, ਤੁਹਾਨੂੰ ਪਤਾ ਹੀ ਹੈ ਯੂਪੀਐਸਸੀ ਵੀ ਵਨ ਆਫ ਦਾ ਟਫੈਸਟ ਐਗਜ਼ਾਮ ਹੈ, ਤਾਂ ਮੋਸਟ ਕੰਪੈਟੀਟਿਵ ਲੋਕ ਜਿਹੜੇ ਸਿਲੈਕਟ ਹੋ ਕੇ ਆਉਂਦੇ ਹੈ।
ਅਗਰ ਆਪਾਂ ਆਲ ਇੰਡੀਆ ਜੁਡੀਸ਼ੀਅਲ ਸਰਵਿਸ ਟਾਈਪ ਦਾ ਐਗਜ਼ਾਮ ਲਾਵਾਂਗੇ ਤਾਂ ਨੈਸ਼ਨਲ ਲੈਵਲ ਤੇ ਐਗਜ਼ਾਮ ਦੇ ਥਰੂ ਮੋਸਟ ਟੈਲੈਂਟਡ ਪੀਪਲ ਜਿਹੜੇ ਆ ਉਹ ਸਟ੍ਰੀਮਲਾਈਨ ਸਿਲੈਕਟ ਹੋ ਕੇ ਆਣਗੇ। ਜਿਹੜੀ ਪੋਲੀਟੀਕਲ ਇੰਟਰਫੇਰੈਂਸ ਵਗੈਰਾ ਹੈ ਰਿਕਰੂਟਮੈਂਟ ਪ੍ਰੋਸੈਸ 'ਚ ਉਹਨੂੰ ਵੀ ਆਪਾਂ ਘਟਾ ਕਰ ਸਕਦੇ ਹਾਂ। ਜਿਵੇਂ ਯੂਪੀਐਸਸੀ ਪੂਰੀ ਫੇਅਰ ਬॉडी ਮੰਨੀ ਜਾਂਦੀ ਹੈ, ਉਵੇਂ ਹੀ ਜੁਡੀਸ਼ਰੀ ਲਈ ਆਪਾਂ ਇਹ ਸੇਮ ਸਿਸਟਮ ਕ੍ਰੀਏਟ ਕਰ ਸਕਦੇ ਹਾਂ। ਇਹਨਾਂ ਕਾਰਨਾਂ ਕਰਕੇ ਹੀ ਸਭ ਲੋਕ ਆਲ ਇੰਡੀਆ ਜੁਡੀਸ਼ੀਅਲ ਸਰਵਿਸ ਨੂੰ ਸਪੋਰਟ ਕਰਦੇ ਹੈ, ਰਾਈਟ। ਬਟ देयर आर सर्टेन ਚੈਲੰਜਸ। ਆਪਾਂ ਆਲ ਇੰਡੀਆ ਜੁਡੀਸ਼ੀਅਲ ਸਰਵਿਸ ਕ੍ਰੀਏਟ ਕਿਉਂ ਨਹੀਂ ਕਰ ਪਾ ਰਹੇ ਹਾਂ? ਕੁਝ ਚੈਲੰਜਸ ਹੈ। ਉਸ ਚੈਲੰਜ ਜਿਹੜਾ ਦੱਸਿਆ ਜਾਂਦਾ ਹੈ ਲੈਂਗੁਏਜ ਬੈਰੀਅਰ। ਠੀਕ ਹੈ, ਹੁਣ ਸਮਝ ਲਓ ਇੱਕ ਪੰਜਾਬ ਦਾ ਬੰਦਾ ਹੈ, ਅਗਰ ਆਲ ਇੰਡੀਆ ਜੁਡੀਸ਼ੀਅਲ ਸਰਵਿਸ ਦੇ ਥਰੂ ਉਹ ਸਿਲੈਕਟ ਹੁੰਦਾ ਹੈ, now he or she can be posted in any part of the world, northeast world ਕਹਿ ਗਈ sorry, India, any part of India. So he can be posted in Assam, he can be posted in Karnataka, he can be posted in Gujarat। ਤਾਂ ਫਿਰ ਉਹ ਇੰਨੀ ਸਾਰੀ ਲੈਂਗੁਏਜਸ ਕਿਵੇਂ ਸਿੱਖ ਪਾਏਗਾ? ਸੋ ਕਹਿਣ ਦਾ ਮਤਲਬ ਹੈ ਇਹਦੇ ਲਈ ਪਹਿਲਾਂ ਇੱਕ ਸਿਸਟਮ ਤਿਆਰ ਕਰਨਾ ਪਏਗਾ that they might be divided into certain zones, ਜਾਂ ਉਹਨਾਂ ਦੀ ਕੋਈ ਲੈਂਗੁਏਜ ਟ੍ਰੇਨਿੰਗ ਹੋਣੀ ਚਾਹੀਦੀ ਹੈ ਜਿਵੇਂ ਸਿਵਲ ਸਰਵੈਂਟਸ ਦੀ ਹੁੰਦੀ ਹੈ। so this we have to do before ਆਲ ਇੰਡੀਆ ਜੁਡੀਸ਼ੀਅਲ ਸਰਵਿਸ ਐਕਚੁਅਲ ਪ੍ਰੈਕਟਿਸ ਚਾਹੁੰਦੀ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਇਹ ਹੈ ਕਿ ਇਹ ਲੱਗਦਾ ਹੈ ਕਿ ਹਾਈ ਕੋਰਟ ਦਾ ਕੰਟਰੋਲ ਲੂਜ਼ਨ ਹੋ ਸਕਦਾ ਹੈ, ਡਾਇਲਿਊਟ ਹੋ ਸਕਦਾ ਹੈ। ਹਜੇ ਕਰੰਟਲੀ ਦੇਖੋ ਕਿਆ ਸਿਸਟਮ ਹੈ, ਸੁਪਰੀਮ ਕੋਰਟ ਸਭ ਤੋਂ ਹਾਈਐਸਟ ਅਥਾਰਟੀ ਹੈ, ਇਹ ਅਪਾਇੰਟਮੈਂਟਸ ਦੇ ਥਰੂ ਹਾਈ ਕੋਰਟ ਨੂੰ ਕੰਟਰੋਲ ਕਰਦੇ ਹੈ। ਤੇ ਹਾਈ ਕੋਰਟ ਆਪਣੀ ਅਪਾਇੰਟਮੈਂਟਸ ਟ੍ਰਾਂਸਫਰ ਦੀ ਪਾਵਰ ਤੋਂ ਡਿਸਟ੍ਰਿਕਟ ਕੋਰਟ ਤੇ ਲੋਅਰ ਜੁਡੀਸ਼ਰੀ ਨੂੰ ਕੰਟਰੋਲ ਕਰਦੇ ਹੈ। ਹੁਣ ਅਗਰ ਆਪਾਂ ਹਾਈ ਕੋਰਟ ਤੋਂ ਇਹ ਪਾਵਰ ਲੈ ਲੈਂਦੇ ਆ ਅਪਾਇੰਟਮੈਂਟ ਦੀ, ਦੈਨ ਹਾਈ ਕੋਰਟ ਦਾ ਕੰਟਰੋਲ ਔਨ ਲੋਅਰ ਜੁਡੀਸ਼ਰੀ ਜਿਹੜਾ ਹੈ ਉਹ ਵੀਕਨ ਹੋ ਸਕਦਾ ਹੈ। ਇਸ ਬਾਰੇ ਕਾਫੀ ਚਰਚਾ ਚੱਲਦੀ ਰਹਿੰਦੀ ਹੈ, ਇਸ ਲਈ ਜੁਡੀਸ਼ਰੀ ਕਈ ਵਾਰ ਇਸ ਆਲ ਇੰਡੀਆ ਸਰਵਿਸਿਜ਼ ਦੇ ਫੇਵਰ ਦੇ ਵਿੱਚ ਨਹੀਂ ਹੁੰਦੀ, ਰਾਈਟ। ਤੋ ਬੇਸਿਕਲੀ ਇਹੀ ਇਸ਼ੂਜ਼ ਹੈ। ਤੋ ਇਹਨੂੰ ਤੁਸੀਂ ਡਿਫਾਈਨ ਕਰ ਸਕਦੇ ਹੋ, ਇਸ ਤੇ ਆ ਸਕਦਾ ਹੈ, ਇਹਨੂੰ ਥੋੜਾ ਡਿਟੇਲ ਚ ਪੜ੍ਹ ਸਕਦੇ ਹੋ ਸਮਝਣ ਲਈ, ਰਾਈਟ। that is how you can deal with this topic। high probability ਹੈ ਇਸ ਟੌਪਿਕ ਦੇ ਆਮਦੀ GS2 ਦੇ ਵਿੱਚ, ਤਾਂ ਇਹਨੂੰ ਅੱਛੇ ਤਰੀਕੇ ਨਾਲ ਪ੍ਰਿਪੇਅਰ ਕਰੋ। ਫਿਰ for any doubts queries contact me on this number, I'll be there to assist you। visit our website www.siddhipunjab.com, courses section ਚ ਜਾਓ, you will get all the courses। ਔਰ PYQs also ਸਾਡੀ ਵੈਬਸਾਈਟ ਤੇ ਤੁਹਾਨੂੰ ਸਾਰੇ previous year questions ਤੇ syllabus ਵੀ ਮਿਲ ਜਾਏਗਾ। That is all for today। Thank you।